ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ। ਸੋ ਲੈ ਕੇ ਹਾਜ਼ਰ ਹਾਂ ਜੀ ਇੱਕ ਵਾਰ ਫਿਰ ਇਨਸਾਈਟਸ, ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਦੇਸ਼ ਵਿਦੇਸ਼ ਦੀ ਜ਼ਰੂਰੀ ਮੁੱਦਿਆਂ ਬਾਰੇ। ਸੋ ਇੱਕ ਵਾਰ ਫਿਰ ਸਾਡੇ ਨਾਲ ਮੌਜੂਦ ਨੇ ਫਾਊਂਡਰ ਐਂਡ CEO ਆਫ ਪੰਜਾਬ ਟੂਡੇ ਚੈਨਲ ਵਿਸ਼ਾਲ ਸੂਦ ਸਰ। ਵੈਲਕਮ ਸਰ। ਥੈਂਕ ਯੂ ਗੁਰਲੀਨ। ਸਰ, ਨਵਜੋਤ ਸਿੰਘ ਸਿੱਧੂ ਜੀ ਕਾਫੀ ਸਮੇਂ ਬਾਅਦ ਦੁਬਾਰਾ ਪਿਕਚਰ 'ਚ ਆਏ ਨੇ ਤੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ, ਬਿਆਨ ਦਿੱਤਾ ਹੈ ਚੰਡੀਗੜ੍ਹ ਮੁੱਦੇ ਨੂੰ ਲੈ ਕੇ ਕਿ ਚੰਡੀਗੜ੍ਹ ਪੰਜਾਬ ਦਾ ਸੀ, ਪੰਜਾਬ ਦਾ ਹੈ ਤੇ ਪੰਜਾਬ ਦਾ ਹੀ ਰਹੂਗਾ। ਬਿਲਕੁਲ ਹੈ ਜੀ, ਪੰਜਾਬ ਦਾ ਹੈ, ਪੰਜਾਬ ਦਾ ਹੀ ਰਹੇਗਾ, ਪਰ ਇਹ ਦੇਸ਼ ਦਾ ਵੀ ਹੈ। ਤੇ ਵੇਖੋ ਚੰਡੀਗੜ੍ਹ ਦਾ ਜੇ ਹਿਸਟੋਰੀਕਲੀ ਤੁਸੀਂ ਪਰਸਪੈਕਟਿਵ ਵੇਖੋ, ਜਸਟ ਟੂ ਦੱਸਾਂ ਕੀ ਗੱਲ ਹੈ, ਚੰਡੀਗੜ੍ਹ ਦੇ ਮੁੱਦੇ ਨੂੰ ਇਸ ਵੇਲੇ ਨਾ ਉਛਾਲਿਆ ਕਿਉਂ ਜਾ ਰਿਹਾ ਤੇ ਇਹਦੀਆਂ ਕੀ ਇੰਪਲੀਕੇਸ਼ਨਸ ਨੇ ਇਸ ਵੇਲੇ ਸਮਝਣ ਦੀ ਲੋੜ ਹੈਗੀ ਹੈ। ਹੁਣ ਜਿਹੜਾ ਚੰਡੀਗੜ੍ਹ ਦੇ ਹਿਸਟੋਰੀਕਲੀ ਵੇਖਿਆ ਜਾਏ, ਵੈਨ ਇਟ ਵਾਜ਼ ਅ ਕੰਬਾਈਨਡ ਪੰਜਾਬ, ਉਦੋਂ ਚੰਡੀਗੜ੍ਹ ਸੀ ਇੱਕ ਵਿਊ ਜਿਹੜੀ ਨਹਿਰੂਵੀਅਨ ਵਿਜ਼ਨ ਸੀ ਆਫ ਮਾਡਰਨ ਇੰਡੀਆ, ਤੇ ਉਹਦਾ ਡਿਜ਼ਾਈਨ ਐਜ਼ ਅ ਪਲੈਨਡ ਸਿਟੀ ਡਿਜ਼ਾਈਨ ਕੀਤਾ ਗਿਆ ਤੇ ਅੰਬਾਲਾ ਡਿਸਟ੍ਰਿਕਟਸ ਦੇ ਕੁਝ ਪਿੰਡਾਂ ਤੋਂ ਇਹਨੂੰ ਬਣਾਉਣਾ ਸ਼ੁਰੂ ਕੀਤਾ ਗਿਆ, ਬਟ ਇਟ ਵਾਜ਼ ਪਾਰਟ ਆਫ ਦੀ ਪੰਜਾਬ। ਉਸ ਤੋਂ ਬਾਅਦ ਜਦੋਂ ਸੈਪਰੇਟ ਸਟੇਟਸ ਬਣੀਆਂ, ਹਿਮਾਚਲ ਵੱਖਰਾ ਬਣਿਆ ਪੰਜਾਬ ਦੇ ਵਿੱਚੋਂ, ਹਰਿਆਣਾ ਵੱਖਰਾ ਬਣਿਆ ਤੇ ਪੰਜਾਬ ਵੱਖਰਾ ਬਣਿਆ, ਤਾਂ ਦੈਨ ਇਟ ਵਾਜ਼ ਗਿਵਨ ਦੈਟ ਸਰਟਨ ਰਾਈਟਸ ਵਿਲ ਬੀ ਗਿਵਨ ਟੂ 60% of the asset rights will be given to Punjab and 40% will be given to Haryana। ਤੇ ਕਾਫੀ ਦੇਰ ਤੱਕ ਚੱਲਦਾ ਰਿਹਾ। ਫਿਰ 1970s 'ਚ ਇੱਕ ਵਾਰੀ ਇੰਦਰਾ ਗਾਂਧੀ ਜਿਹੜੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨੇ, ਸ਼ੀ ਮੇਡ ਐਨ ਅਨਾਊਂਸਮੈਂਟ ਵਿਚ ਵਾਜ਼ ਨੈਵਰ ਫਾਰਮਲਾਈਜ਼ਡ ਕਿ ਅਸੀਂ ਇਹਨੂੰ ਪੰਜਾਬ ਨੂੰ ਦੇ ਦਾਂਗੇ ਤੇ ਹਰਿਆਣਾ ਨੂੰ ਇੱਕ ਨਵੀਂ ਕੈਪੀਟਲ ਬਣਾਉਣ ਦੇ ਲਈ ਵੱਖਰਾ ਬਜਟ ਦਿੱਤਾ ਜਾਏਗਾ। ਬਟ ਉਸ ਤੋਂ ਬਾਅਦ ਕਾਫੀ ਡਿਸਟਰਬੈਂਸ ਆ ਗਈ ਤੇ ਇਹ ਸਾਰੀਆਂ ਚੀਜ਼ਾਂ ਲੌਂਗੋਵਾਲ ਜੀ ਦੇ ਇਹ ਸਾਰੀਆਂ ਚੀਜ਼ਾਂ ਹੋ ਨਹੀਂ ਪਾਈਆਂ। ਇਨ ਦਾ ਮੀਨ ਟਾਈਮ ਚੰਡੀਗੜ੍ਹ ਕੰਟੀਨਿਊ ਟੂ ਫਲਰਿਸ਼ ਐਸ ਅ ਯੂਨੀਅਨ ਟੈਰੀਟਰੀ। ਤੇ 2008 ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਨੇ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਸੀ ਉਹਨੂੰ ਮਲਟੀ ਸਟੇਟ ਇੰਸਟੀਚਿਊਟ ਦਾ ਜਦੋਂ ਦਿੱਤਾ, ਉਹਨਾਂ ਨੂੰ ਵਾਪਸ ਲੈਣਾ ਪਿਆ, ਕਿਉਂਕਿ ਦੈਨ ਇਟ ਵਾਜ਼ ਕੁਐਸਚਨ ਕਿ ਇਹਦੇ ਨਾਲ ਤੁਸੀਂ ਚੰਡੀਗੜ੍ਹ ਤੇ ਸਾਡਾ ਪੋਲੀਟੀਕਲ ਕਰੈਕਸ਼ਨ ਦੇ ਕਾਰਨ, ਹਾਲਾਂਕਿ ਪੀਯੂ ਦੇ ਫਾਇਦੇ 'ਚ ਇਹੋ ਸੀ ਕਿ ਉਹਨਾਂ ਨੂੰ ਹੋਰ ਥਾਂ ਤੋਂ ਸੈਂਟਰ ਤੋਂ ਵੀ ਫੰਡਸ ਆਉਂਦੇ। ਹੁਣ ਦੋ ਕੁਐਸਚਨ ਨੇ, ਇੱਕ ਹੈਗਾ ਪ੍ਰੈਗਮੈਟਿਕ ਕੁਐਸਚਨ ਕਿ ਵੀ ਰਿਐਲਿਟੀ ਦੇ ਵਿੱਚ ਕੀ ਸਹੀ ਚੀਜ਼ ਹੈ ਕਰਨ ਵਾਲੀ, ਕਿਹਦੇ ਵਿੱਚ ਲੋਕਾਂ ਦਾ ਫਾਇਦਾ ਹੈ। ਜੀ ਟੁਡੇ ਆਈ ਐਮ ਟੈਲਿੰਗ ਯੂ ਐਟ ਪੰਜਾਬ ਟੁਡੇ ਆਪਾਂ ਸਰਵੇ ਕਰਵਾਉਣ ਲੱਗੇ ਹਾਂ। ਅਸੀਂ ਲੋਕਾਂ ਨੂੰ ਪੁੱਛਾਂਗੇ ਕਿ ਤੁਸੀਂ ਪੰਜਾਬ ਦਾ ਪਾਰਟ ਬਣਨਾ ਚਾਹੁੰਦੇ ਹੋ, ਕੀ ਹਰਿਆਣਾ ਦਾ ਪਾਰਟ ਬਣਨਾ ਚਾਹੁੰਦੇ ਹੋ, ਕਿ ਯੂਨੀਅਨ ਟੈਰੀਟਰੀ ਰਹਿਣਾ ਚਾਹੁੰਦੇ ਹੋ। ਲੈਟ ਦੀ ਪੀਪਲ ਆਫ ਚੰਡੀਗੜ੍ਹ ਡਿਸਾਈਡ ਫॉर दैट। ਹਾਊ ਡਜ਼ ਇਟ ਬਿਕਮ ਐਨ ਇੰਪੋਰਟੈਂਟ ਇਸ਼ੂ। ਹੁਣ ਇਹ ਕੁਐਸਚਨ ਨੂੰ ਰੇਜ਼ ਕਰਕੇ ਕਾਂਗਰਸ ਇਜ਼ ਕ੍ਰੀਏਟਿੰਗ ਪ੍ਰੋਬਲਮ ਫॉर ਆਮ ਆਦਮੀ ਪਾਰਟੀ ਇਨ ਹਰਿਆਣਾ। ਜਦੋਂ ਇਹ ਕੁਐਸਚਨ ਹੋਏਗਾ, ਜਦੋਂ ਸਾਡੀ ਗਵਰਨਮੈਂਟ ਨੇ ਰੈਜ਼ੋਲੂਸ਼ਨ ਪਾਸ ਕਰਨਾ ਪਿਆ, ਹੁਣ ਉਹਦੇ ਅਗੇਂਸਟ ਹਰਿਆਣਾ ਇੱਕ ਰੈਜ਼ੋਲੂਸ਼ਨ ਪਾਸ ਕਰਦਾ ਪਿਆ। ਸੋ ਦਿਸ ਇਜ਼ ਆਲ ਪੋਲੀਟੀਕਲ ਅਪਮੈਨਸ਼ਿਪ ਕਿ ਬਈ ਅਸੀਂ ਵੀ ਕਹਿਤਾ ਹੈ, ਤੁਸੀਂ ਵੀ ਕਹਿਤਾ ਹੈ, ਸਾਰਿਆਂ ਨੂੰ ਪਤਾ ਹੈ ਕਿ ਇਟ ਵਿਲ ਰਿਮੇਨ ਐਜ਼ ਸਟੇਟਸ ਕੋ। ਸਰ, ਉਹ ਇਹ ਵੀ ਦਾਅਵਾ ਕਰਦੇ ਨੇ ਕਿ 27 ਪਿੰਡਾਂ ਨੂੰ, ਪੰਜਾਬ ਦੇ 27 ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ ਸੀ, ਸੋ ਜ਼ਿਆਦਾ ਹੱਕ ਪੰਜਾਬ ਦਾ ਬਣਦਾ। ਉਜਾੜਨ ਵਾਲੀ ਕੀ ਗੱਲ ਹੈ? ਉਜਾੜ ਕੇ ਨਹੀਂ ਬਣਿਆ ਸੀ। ਸਿਟੀ ਵਾਜ਼ ਕ੍ਰੀਏਟਡ। ਪਹਿਲਾਂ ਤਾਂ ਟਰਮੀਨੋਲੋਜੀ ਗਲਤ ਹੈ। ਪਹਿਲਾਂ ਸਾਰਾ ਹੀ ਕੰਬਾਈਨਡ ਪੰਜਾਬ ਸੀ, ਪਰ ਉਹ ਆਂਦੇ ਅੰਬਾਲਾ ਡਿਸਟ੍ਰਿਕਟ ਸੀ। ਇਹ ਵੀ ਫੈਕਚੁਅਲ ਗੱਲ ਹੈ ਵਾ। So we are not debating the right of Punjab. Punjab has, as agreed, has 60% right on it. ਇਹ ਨਾ ਦੇਖੋ, ਚੀਜ਼ਾਂ ਕਦੋਂ ਖਰਾਬ ਹੁੰਦੀਆਂ ਜਦੋਂ ਆਪਾਂ ਲਾਲਚ ਕਰਦੇ ਹਾਂ, ਆਪਾਂ ਕਹਿੰਦੇ ਕਿ ਦੂਜੇ ਦੇ ਰਾਈਟ ਨੂੰ ਰੈਕੋਗਨਾਈਜ਼ ਨਹੀਂ ਕਰਦੇ। ਇਟ ਸ਼ੁੱਡ ਸਟੇ ਲਾਈਕ ਦੈਟ। ਇਟ ਇਜ਼ ਅ ਬਿਊਟੀਫੁਲ ਸਿਚੁਏਸ਼ਨ ਫॉर ਚੰਡੀਗੜ੍ਹ, ਫॉर ਪੰਜਾਬ ਐਜ਼ ਵੈਲ ਐਜ਼ ਹਰਿਆਣਾ, ਹੈ ਨਾ। ਤੇ ਕੋਈ ਇਹਦੇ ਉੱਤੇ ਕੋਈ ਬਹੁਤ ਜ਼ਿਆਦਾ ਇੰਪੈਕਟ ਆਇਆ ਨਹੀਂ ਹੈ। ਤੇ ਇਸ ਕਰਕੇ ਪੰਜਾਬ ਨੂੰ ਦਾ ਜੋ ਰਾਈਟ ਹੈ ਉਹ ਰਹਿਣਾ ਚਾਹੀਦਾ, ਉਹਨੂੰ ਡਿਲਿਊਟ ਨਹੀਂ ਕਰਨਾ ਚਾਹੀਦਾ ਸੈਂਟਰਲ ਗੌਰਮੈਂਟ ਨੂੰ। ਬਟ ਐਟ ਦੀ ਸੇਮ ਟਾਈਮ there is no point making a statement ਜਿਹਦਾ ਕੋਈ ਇੰਪੈਕਟ ਨਹੀਂ ਹੈ। ਸਿਰਫ ਤੁਸੀਂ ਸਨਸਨੀਖੇਜ਼ੀ, ਮੈਂ ਕਿਸੇ ਦੇ ਇੰਟਰਵਿਊ ਸੁਣਦਾ ਪਿਆ ਸੀ, ਆਈ ਡੋਂਟ ਨੋ ਹੂ ਦੈਟ ਪਰਸਨ ਇਜ਼, ਬਟ ਬੜੇ ਲੋਕੀ ਉਸ ਚੀਜ਼ ਨੂੰ ਫੋਲੋ ਕਰਦੇ ਪਏ ਸੀ ਕਿ ਬਈ ਸੈਂਟਰ ਨੇ ਸਾਡੀ ਹਿੱਕ ਤੇ ਪੈਰ ਰੱਖ ਕੇ ਇਸ ਵੇਲੇ ਪੰਜਾਬ ਤੇ ਕੀਤਾ। ਇਟ ਇਜ਼ ਨਾਟ ਦੀ ਕੇਸ। ਇਹ ਕੇਸ ਜ਼ਬਰਦਸਤੀ ਬਣਾਇਆ ਜਾ ਰਿਹਾ ਹੈ। ਪੰਜਾਬ ਨੂੰ ਪਰਪੈਚੁਅਲੀ ਸੈਂਟਰ ਦੇ ਤੋਂ ਤੋੜਿਆ ਜਾ ਰਿਹਾ ਹੈ। ਦੈਟ ਸ਼ੁੱਡ ਨਾਟ ਹੈਪਨ। ਇਟ ਇਜ਼ ਨਾਟ ਗੁੱਡ ਫॉर ਦੀ ਪੀਪਲ ਆਫ ਪੰਜਾਬ, ਇਟ ਇਜ਼ ਨਾਟ ਗੁੱਡ ਫॉर ਦੀ ਪੀਪਲ ਆਫ ਚੰਡੀਗੜ੍ਹ, ਐਨੀਵਨ। ਤੇ ਪੋਲੀਟੀਸ਼ੀਅਨਸ ਨੂੰ ਇਸ ਚੀਜ਼ ਤੋਂ ਬਚਣਾ ਚਾਹੀਦਾ ਹੈ। ਇੱਕ ਫੇਅਰ ਹੋ ਕੇ ਚੱਲੋ, ਪੰਜਾਬ ਦੇ ਜੋ ਰਾਈਟਸ ਨੇ ਉਹ ਰਹਿਣ, ਬਟ ਇਟ ਡਜ਼ ਨਾਟ ਮੀਨ ਕਿ ਯੂ ਮੇਕ ਦੋ ਸਟੇਟਮੈਂਟਸ ਜਿਹੜੀਆਂ ਤੁਹਾਡੇ ਨੇਬਰ ਨੂੰ ਨਾ ਪਸੰਦ ਆਣ। ਸੋ ਇੱਕ ਫੇਅਰ ਹੈ, ਫਰੀਡਮ ਆਫ ਸਪੀਚ ਹੈ, ਤੁਸੀਂ ਕਹੀ ਜਾਂਦੇ ਪਏ ਹੋ, ਔਰ ਇਹਦਾ ਪ੍ਰੈਕਟੀਕਲੀ ਤੁਸੀਂ ਪੰਜਾਬ ਦੇ ਲੋਕਾਂ ਦਾ ਕੋਈ ਫਾਇਦਾ ਨਹੀਂ ਕਰਦਾ। ਕੋਈ ਵੀ ਪੰਜਾਬ ਦਾ ਪੋਲੀਟੀਸ਼ੀਅਨ ਜੋ ਹੈ ਕਹਿ ਰਿਹਾ ਕਿ ਪੰਜਾਬ 100% ਪੰਜਾਬ ਨੂੰ ਦੇ ਦਿਓ, ਉਹ ਨਾ ਤਾਂ ਚੰਡੀਗੜ੍ਹ ਦਾ ਨਾ ਪੰਜਾਬ ਦਾ ਫਾਇਦਾ ਕਰਦਾ ਪਿਆ, ਕਿਉਂਕਿ ਪਹਿਲੀ ਗੱਲ ਇਹ ਹੋਣਾ ਨਹੀਂ, ਇਟ ਇਜ਼ ਕੁਆਇਟ ਇੰਪੋਸੀਬਲ ਟੂ ਹੈਪਨ। ਤੇ ਦੂਜੀ ਗੱਲ ਇਹ ਵਾ ਕਿ ਯੂ ਆਰ ਡਾਈਗਰੈਸਿੰਗ ਫਰੋਮ ਦੀ ਕੋਰ ਇਸ਼ੂਜ਼। ਜਿਹੜੇ ਇੰਪੋਰਟੈਂਟ ਮੁੱਦੇ ਨੇ ਉਹਨਾਂ ਤੋਂ ਹਟਣਾ, ਤਾਂ ਫਿਰ ਤੁਸੀਂ ਇਹ ਗੱਲਾਂ ਕਰੀ ਜਾਓ। ਤੇ
ਹੁਣ ਰਹਿ ਗਈ ਗੱਲ ਸਤਲੁਜ, ਉਹਨਾਂ ਨੇ ਕਿਹਾ ਕਿ ਕहीं पे ਨਿਗਾहें कहीं पे ਨਿਸ਼ਾਨਾ, ਕਿ ਜਿਹੜਾ ਪਾਣੀ ਦੀ ਡਿਸਟ੍ਰੀਬਿਊਸ਼ਨ ਹੈ ਉਹ ਫੇਅਰ ਹੋਣੀ ਚਾਹੀਦੀ ਹੈ, ਜਿੱਥੇ ਜਿੰਨੀ ਰਿਕੁਆਇਰਮੈਂਟ ਹੈ ਉਹਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ। ਸਾਡੇ ਇੱਥੇ ਕਿੰਨਾ ਖੇਤੀ ਆ, ਹੁਣ ਬੇਸਿਕਲੀ ਸਤਲੁਜ ਯਮੁਨਾ ਜਿਹੜਾ ਲਿੰਕ ਹੈ, ਇਸ ਤੋਂ ਇਲਾਵਾ ਹੋਰ ਸੋਰਸਿਸ ਤੇ ਵੀ ਵੇਖਣਾ ਚਾਹੀਦਾ। ਹਰਿਆਣਾ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਬਈ ਸਾਨੂੰ SYL ਦੇ ਪਾਣੀ ਦੀ ਸਿਰਫ ਲੋੜ ਨਹੀਂ ਹੈ, ਪੰਜਾਬ ਨੂੰ ਵੀ ਸੋਚਣਾ ਚਾਹੀਦਾ ਕਿ ਆਪਾਂ ਹੋਰ ਕਿਸ ਤਰੀਕੇ ਨਾਲ ਵੀ ਕੈਨ ਜਨਰੇਟ ਰਿਸੋਰਸਿਸ। ਲਿਮਿਟਿਡ ਰਿਸੋਰਸ ਹੈ, ਮਿਲ ਵੰਡ ਕੇ ਹੀ ਹੋਣਾ ਪਏਗਾ, ਰਾਈਟ। ਤਾਂ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਕਿ ਆਪਾਂ ਸਮਾਰਟਲੀ ਸੋਚੀਏ ਇਹਨਾਂ ਸਾਰੇ ਪ੍ਰੋਬਲਮਸ ਬਾਰੇ, ਤੇ ਪੰਜਾਬ ਦੇ ਹੱਕ ਪ੍ਰੋਟੈਕਟ ਹੋਣ। ਪਰ ਉਹ ਹੱਕਾਂ ਨੂੰ ਪ੍ਰੋਟੈਕਟ ਕਰਨ ਦਾ ਤਰੀਕਾ ਤਾਂ ਹੁੰਦਾ ਜਦੋਂ ਤੁਸੀਂ ਬੈਲੈਂਸਡ ਗੱਲ ਕਰਦੇ ਹੋ। ਜੋ ਤੁਸੀਂ ਇਹੋ ਜਿਹੀ ਗੱਲ ਕਰੋਗੇ ਤੇ ਤੁਹਾਨੂੰ ਕੁਛ ਦੈਨ ਯੂ ਆਰ ਨਾਟ ਡੂਇੰਗ ਫੇਵਰ ਟੂ ਯੂਰ ਨੈਗੋਸੀਏਸ਼ਨ। ਦੀ ਇੱਕ ਬੇਸਿਕ ਸਟ੍ਰੈਟਜੀ ਹੈ ਕਿ ਯੂ ਆਸਕ ਫॉर ਥਿੰਗਸ ਵਿਚ ਵਿਲ ਹੈਪਨ, ਯੂ ਡੋਂਟ ਕ੍ਰੀਏਟ ਅ ਸਿਚੁਏਸ਼ਨ ਕਿ ਸਾਰੇ ਲੋਕੀ ਟੇਬਲ ਤੋਂ ਹੀ ਉੱਠ ਕੇ ਚਲੇ ਜਾਣ, ਉਹਦਾ ਤੁਹਾਨੂੰ ਕੋਈ ਰਿਜ਼ਲਟ ਮਿਲਣ ਵਾਲਾ ਨਹੀਂ ਹੈ। ਸਰ ਇਸ ਦੇ ਨਾਲ ਹੀ ਪੈਟਰੋਲ ਤੇ ਡੀਜ਼ਲਸ ਦੇ ਰੇਟ ਹਾਈਕ, ਇਹਨਾਂ 3 ਹਫ਼ਤਿਆਂ ਦੇ ਵਿੱਚ ਇਹ 12ਵੀਂ ਵਾਰ ਇੰਕਰੀਜ਼ ਹੋਇਆ ਰੇਟ ਦੇ ਵਿੱਚ। ਸੋ ਇਹਦੇ ਪਿੱਛੇ ਕੀ ਮੁੱਖ ਕਾਰਨ ਹੈ ਸਰ, ਹਾਊ ਟੂ ਡੀਲ ਵਿਦ ਇਟ? ਦੇਖੋ, ਮੁੱਖ ਕਾਰਨ ਤੇ ਇਹ ਵਾ ਕਿ ਬਈ ਨੈਚੁਰਲੀ ਜਿਹੜੇ ਕਰੂਡ ਆਇਲ ਪ੍ਰਾਈਸਿਸ ਵਧੇ ਨੇ, ਉਹਦੇ ਕਾਰਨ ਗੌਰਮੈਂਟ ਨੇ ਇਹ ਰੇਟ ਵਧਾਏ ਨੇ। ਗੌਰਮੈਂਟ ਦਾ ਇਹਦੇ ਵਿੱਚ ਟੈਕਸੇਸ਼ਨ ਪਾਰਟ ਬਹੁਤ ਜ਼ਿਆਦਾ ਹੈ। ਇਸ ਵੇਲੇ ਗੌਰਮੈਂਟ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜੇ ਆਮ ਬੰਦੇ ਨੇ ਉਹਨਾਂ ਤੇ ਇਹਦਾ ਡਾਇਰੈਕਟ ਪ੍ਰੈਸ਼ਰ ਨਾ ਆਵੇ, ਕਿਉਂਕਿ ਇਹਦੇ ਨਾਲ ਮਹਿੰਗਾਈ ਵੀ ਵੱਧਦੀ ਹੈ, ਰਾਈਟ। ਸੈਕੰਡਲੀ ਆਫ ਕੋਰਸ ਸਾਰਿਆਂ ਜਿਨ੍ਹਾਂ ਦੀ ਨੈਸੈਸਿਟੀ ਹੈ ਉਹਨਾਂ ਨੂੰ ਤਾਂ ਵੇਖੋ ਟਰੈਵਲ ਕਰਨਾ ਹੈ, ਆਪਣੇ ਆਫਿਸ ਜਾਣਾ ਹੈ, ਜਿੰਨੀ ਵੇਸਟੇਜ ਰੋਕੀ ਜਾਵੇ ਉਹ ਵੀ ਚੰਗਾ ਹੈ। ਹਮੇਸ਼ਾ ਤੋਂ ਕੰਜ਼ਰਵੇਸ਼ਨ ਬਾਰੇ ਲੋਕੀ ਗੱਲ ਕਰਦੇ ਨੇ। ਮੇਨਲੀ ਜਿਹੜੀ ਯੂਕਰੇਨ ਵਾਰ ਹੈ, ਰਾਈਟ, ਜਿਹੜੀਆਂ ਵੈਸਟਰਨ ਕੰਟਰੀਜ਼ ਨੇ ਉਹਨਾਂ 'ਤੇ ਸੈਂਕਸ਼ਨਸ ਲਗਾ ਰਹੇ ਨੇ। ਹੋਰ ਜਿਹੜੇ ਆਇਲ ਪ੍ਰੋਡਿਊਸਿੰਗ ਨੇਸ਼ਨਸ ਨੇ ਉਹਨਾਂ ਨੇ ਕਿਹਾ ਕਿ ਅਸੀਂ ਹੋਰ ਆਇਲ ਆਪਣੀ ਪ੍ਰੋਡਕਸ਼ਨ ਵਧਾਉਣੀ ਨਹੀਂ ਹੈ। ਸਪਲਾਈ ਘੱਟ ਹੈ, ਡਿਮਾਂਡ ਵੱਧਦੀ ਪਈ ਹੈ, ਅਤੇ ਜਿਹੜੇ ਉਹਨਾਂ ਦੀ ਟ੍ਰਾਂਜ਼ਿਟ ਹੈ, ਜਿਹੜੇ ਰੂਟਸ ਤੋਂ ਉਹਨਾਂ ਦੀ ਸਪਲਾਈ ਹੋਣੀ ਹੈ, ਉਹਨਾਂ 'ਤੇ ਰਿਸਕ ਆਏ ਹੋਏ ਹੈ। ਇਸ ਕਾਰਨ ਇੱਥੇ ਪ੍ਰੀਮੀਅਮ ਆਇਆ ਹੈ। ਅਤੇ ਜਿੰਨਾ ਤੱਕ ਉੱਥੇ ਬੇਸਿਕਲੀ ਇੱਕ ਸੇਫਟੀ ਨਹੀਂ ਹੁੰਦੀ, ਸੀਜ਼ ਫਾਇਰ ਨਹੀਂ ਹੁੰਦਾ, ਉਦੋਂ ਤੱਕ ਇਹ ਪ੍ਰਾਈਸਿਸ ਮਾਰਕੀਟ ਥੋੜ੍ਹੀ ਹੌਟ ਹੀ ਰਹੇਗੀ, ਅਤੇ ਉਹਦਾ ਇੰਪੈਕਟ ਸਾਨੂੰ ਝੇਲਣਾ ਪੈ ਰਿਹਾ ਹੈ। ਅਤੇ ਗੌਰਮੈਂਟ ਵੀ, ਆਪਾਂ ਤਾਂ ਦੱਸਿਆ ਸੀ ਕਿ ਬਈ ਇਲੈਕਸ਼ਨ ਹੋਣ ਦੋ, ਉਸ ਤੋਂ ਬਾਅਦ ਗੌਰਮੈਂਟ ਨੇ ਵਧਾਉਣੇ ਨੇ। ਦੈਟ ਇਜ਼ ਵਾਟ ਹੈਜ਼ ਹੈਪਨ। ਉਹ 5 ਸਟੇਟ ਦੇ ਇਲੈਕਸ਼ਨ ਤੱਕ ਗੌਰਮੈਂਟ ਵੇਟ ਕਰਦੀ ਪਈ ਸੀ, ਅਤੇ ਹੁਣ ਉਹਨਾਂ ਨੇ ਉਹ ਰੇਟ ਵਧਾਉਣੇ ਸ਼ੁਰੂ ਕਰਤੇ ਨੇ ਕੰਟੀਨਿਊਸਲੀ, ਵਿਚ ਆਈ ਥਿੰਕ ਗੌਰਮੈਂਟ ਨੂੰ ਥੋੜ੍ਹਾ ਜਿਹਾ ਆਮ ਜਨਤਾ ਬਾਰੇ ਸੋਚ ਕੇ ਡਿਸੀਜ਼ਨ ਲੈਣੇ ਚਾਹੀਦੇ ਨੇ, ਰਾਈਟ। ਅਤੇ ਜੇ ਇਨ ਦ ਮੀਨ ਟਾਈਮ ਜੇ ਕੰਪਨੀਜ਼ ਥੋੜ੍ਹਾ ਜਿਹਾ ਪ੍ਰੈਸ਼ਰ ਆਪ ਬਰਦਾਸ਼ਤ ਕਰਨ ਤਾਂ ਜ਼ਿਆਦਾ ਬੈਟਰ ਰਹੇਗਾ। ਵੇਖੋ, ਜੇ ਤੁਸੀਂ 3 ਮਹੀਨੇ 4 ਮਹੀਨੇ ਰੁਕ ਸਕਦੇ ਸੀ ਇਲੈਕਸ਼ਨਾਂ ਕਾਰਨ, ਅਤੇ ਹੁਣ ਤੁਸੀਂ ਰੇਟ ਇਨਫ ਵਧਾਤੇ ਆ, ਇਸ ਤੋਂ ਬਾਅਦ ਨਾ ਵਧਾਉਣ ਤੇ ਇਟ ਵਿਲ ਬੀ ਬੈਟਰ। ਸਰ ਮੈਂ ਪੜ੍ਹ ਰਹੀ ਸੀ ਕਿ ਇਹ ਜਿਹੜਾ ਫਲਕਚੁਏਸ਼ਨ ਇਨ ਰੇਟਸ ਹੈ, ਇਹ ਸਟੇਟ ਟੂ ਸਟੇਟ ਵੀ ਵੈਰੀ ਕਰਦਾ। ਟੈਕਸੇਸ਼ਨ ਦੇ ਕਾਰਨ ਹੈ। ਜਿਹੜਾ ਸਟੇਟ ਦੇਖੋ, ਤੁਹਾਨੂੰ ਪਤਾ ਹੋਏਗਾ ਕਿ ਗੌਰਮੈਂਟਸ ਨੇ GST ਦੇ ਅੰਦਰ ਨਹੀਂ ਲਿਆਂਦਾ ਹੋਇਆ ਇਹਨੂੰ, ਪੈਟਰੋਲੀਅਮ ਪ੍ਰੋਡਕਟਸ ਨੂੰ। ਇਹਦੇ ਉੱਤੇ ਸਟੇਟ ਦਾ ਵੈਟ ਲੱਗਦਾ ਹੈ, ਰਾਈਟ, ਸੈਂਟਰਲ ਐਕਸਾਈਜ਼ ਡਿਊਟੀ ਲੱਗਦੀ ਹੈ, ਸਾਰੀਆਂ ਚੀਜ਼ਾਂ ਲੱਗਦੀਆਂ ਨੇ। ਅਤੇ ਹੁਣ ਕਿਸੇ ਸਟੇਟ ਦੇ ਵਿੱਚ ਇਹ ਟੈਕਸ ਜ਼ਿਆਦਾ ਹੈ, ਕਿਸੇ ਸਟੇਟ 'ਚ ਘੱਟ ਹੈ, ਉਹਦੇ ਬੇਸਿਸ 'ਤੇ ਇਹ ਪ੍ਰਾਈਸਿਸ ਨੇ। ਸਰ ਇਮਰਾਨ ਖਾਨ ਦੀ ਅਸੀਂ ਗੱਲ ਕਰ ਰਹੇ ਸੀਗੇ ਪਿਛਲੇ ਇਨਸਾਈਟਸ ਦੇ ਵਿੱਚ, ਅਸੈਂਬਲੀ ਡਿਸੋਲਵ ਕਰ ਦਿੱਤੀ ਗਈ ਹੈ ਨੋ ਕੌਨਫੀਡੈਂਸ ਮੋਸ਼ਨ ਨੂੰ ਲੈ ਕੇ, ਇਹ ਕਿੰਨਾ ਕੁ ਸਹੀ ਹੈ ਸਰ? ਦੇਖੋ, ਉਹਨਾਂ ਨੇ ਨੋ ਕੌਨਫੀਡੈਂਸ ਮੋਸ਼ਨ ਫੇਸ ਨਹੀਂ ਕੀਤਾ। ਉਸ ਤੋਂ ਪਹਿਲਾਂ ਉਹਨਾਂ ਨੇ ਸਪੀਕਰ ਨੂੰ ਕਹਿ ਕੇ ਅਸੈਂਬਲੀ ਡਿਸੋਲਵ ਕਰਤੀ ਹੈ। ਸਪੀਕਰ ਨੇ ਵੀ ਇਹ ਬੋਲਤਾ। ਵੇਖੋ, ਅਸੈਂਬਲੀ ਡਿਸੋਲਵ ਕਰਨ ਦਾ ਰਾਈਟ ਹੁੰਦਾ, ਬਟ ਇਟ ਹੈਜ਼ ਟੂ ਬੀ if other parties also not able to show their majority, prove their majority। ਹੁਣ ਇਹਨੂੰ ਸੁਪਰੀਮ ਕੋਰਟ 'ਚ ਕੁਐਸਚਨ ਕਰ ਦਿੱਤਾ ਗਿਆ ਪਾਕਿਸਤਾਨ ਦੇ, ਅਤੇ ਉਹਨਾਂ ਨੇ ਆਪਣਾ ਆਰਡਰ ਰਿਜ਼ਰਵ ਕੀਤਾ ਕਿ ਵੀ ਵੈਦਰ ਜੋ ਵੀ ਡਿਸੀਜ਼ਨ ਹੋਣੀ ਇਮਰਾਨ ਖਾਨ ਅਤੇ ਸਪੀਕਰ ਨੇ ਲਿੱਤਾ ਹੈ, ਇਹ ਵੈਲਿਡ ਹੈ ਕਿ ਨਹੀਂ, ਇਹ 'ਤੇ ਉਹ ਫੈਸਲਾ ਦੇਣਗੇ। ਉਹਨਾਂ ਦੇ ਸਟੇਟਸ ਕੋ ਮੇਨਟੇਨ ਰਹੇਗਾ। ਅਤੇ ਓਪੋਜੀਸ਼ਨ ਦਾ ਬਿਲਕੁਲ ਫੇਅਰ ਪੁਆਇੰਟ ਹੈ ਕਿ ਤੁਸੀਂ ਇਹ ਕਹਿੰਦੇ ਪਏ ਹੋ ਕਿ ਜੇ ਅਸੀਂ ਮੈਜੋਰਿਟੀ, ਸਾਨੂੰ ਮੈਜੋਰਿਟੀ ਪ੍ਰੂਵ ਕਰਨ ਦਾ ਮੌਕਾ ਨਹੀਂ ਦੇ ਰਹੇ, ਤੁਸੀਂ ਕਹਿ ਰਹੇ ਹੋ ਕਿ ਦੁਬਾਰਾ ਇਲੈਕਸ਼ਨ ਹੋਣਗੇ। ਸੋ ਯੂ ਆਰ ਪੁੱਟਿੰਗ ਦੈਟ ਬਰਡਨ ਔਨ, ਆਪਣੇ ਲੋਕਾਂ 'ਤੇ ਵੀ ਬਰਡਨ ਪਾ ਰਹੇ ਹੋ, ਰਾਈਟ। ਅਤੇ ਤੁਸੀਂ ਬੇਸਿਕਲੀ ਇੱਕ ਪੋਲੀਟੀਕਲ ਗੇਮ ਖੇਡਦੇ ਪਏ ਹੋ ਕਿ ਬਈ ਨੋ ਕੌਨਫੀਡੈਂਸ ਮੋਸ਼ਨ 'ਤੇ ਉਹ ਹਾਰੇ ਪਏ ਨੇ। ਇਟ ਮੀਨਸ ਉਹਨਾਂ ਨੂੰ ਇਹ ਕਲੈਰਿਟੀ ਹੈ ਕਿ ਨੋ ਕੌਨਫੀਡੈਂਸ ਮੋਸ਼ਨ ਅਸੀਂ ਹਾਰੇ ਪਏ ਹਾਂ। ਸਪੀਕਰ ਜਨਰਲੀ ਉਹਨਾਂ ਦੀ ਪਾਰਟੀ ਦਾ ਹੁੰਦਾ ਹੈ, ਉਹ ਲੋਇਲਿਸਟ ਹੋਏਗਾ ਇਮਰਾਨ ਖਾਨ ਦਾ। ਉਹਨਾਂ ਨੇ ਕਹਿ ਦਿੱਤਾ ਜੀ ਵੀ ਡਿਜ਼ੋਲਵ ਕਰ ਦਿਓ, ਪੂਰੀ ਦੀ ਪੂਰੀ ਅਸੈਂਬਲੀ ਡਿਜ਼ੋਲਵ ਕਰਤੀ ਹੈ, ਅਤੇ ਦੁਬਾਰਾ ਇਲੈਕਸ਼ਨ ਫੇਸ ਕਰਨੇ ਪੈਣਗੇ। ਅਤੇ ਜੋ ਪਾਕਿਸਤਾਨ ਦੀ ਹਿਸਟਰੀ ਹਮੇਸ਼ਾ ਰਹੀ ਹੈ ਕਿ ਬਈ ਕਦੀ ਵੀ ਕਿਸੇ ਨੇ ਪੂਰੀ ਟਰਮ ਕੰਪਲੀਟ ਨਹੀਂ ਕੀਤੀ, ਮੈਨੂੰ ਲੱਗਦਾ ਉਹ ਚੱਲਦੀ ਰਹੇਗੀ। ਅਤੇ ਇਟ ਵਿਲ ਬੀ ਰੇਅਰ ਕਿ ਕੋਈ ਉਹਨਾਂ ਦਾ ਉਹ ਇਹ ਰਿਕਾਰਡ ਨੂੰ, ਇੱਕ ਨੈਗੇਟਿਵ ਰਿਕਾਰਡ ਹੀ ਹੈ, ਇਹਨੂੰ ਤੋੜਨ। ਜਿਵੇਂ ਉਹ ਸਾਡੇ ਤੋਂ ਵਰਲਡ ਕੱਪ 'ਚ ਹਮੇਸ਼ਾ ਹਾਰ ਜਾਂਦੇ ਰਹੇ ਨੇ, ਅਤੇ ਇਹ ਵੀ ਉਹਨਾਂ ਦਾ ਇੱਕ ਰਿਕਾਰਡ ਹੈ ਕਿ ਉਹਨਾਂ ਕੋਲ 5 ਸਾਲ ਨਹੀਂ ਕਦੀ ਪੂਰੇ ਹੋਏ। ਜੀ ਸਰ, ਪਾਕਿਸਤਾਨ ਦੇ ਨਾਲ ਹੀ ਸ਼੍ਰੀਲੰਕਾ ਦੇ ਵਿੱਚ ਵੀ ਐਮਰਜੈਂਸੀ ਲੱਗ ਚੁੱਕੀ ਹੈ, ਇਕਨੋਮਿਕ ਕ੍ਰਾਈਸਿਸ ਨੇ ਜਿਹੜੇ, ਇਹਦਾ ਵਿਸ਼ਲੇਸ਼ਣ ਤੁਸੀਂ ਕਿੱਦਾਂ ਕਰਦੇ ਹੋ? ਦੇਖੋ, ਬੇਸਿਕਲੀ ਪਾਕਿਸਤਾਨ ਅਤੇ ਸ਼੍ਰੀਲੰਕਾ 'ਚ ਇੱਕ ਕਾਮਨ ਚੀਜ਼ ਹੈ, ਵੀ ਸ਼ੁੱਡ ਲੋਕ ਐਟ ਦੈਟ। ਇਹਨਾਂ ਦੋਨੋਂ ਕੰਟਰੀਆਂ ਨੇ ਪਿਛਲੇ ਕੁਝ ਸਾਲਾਂ ਤੋਂ ਚਾਈਨਾ 'ਤੇ ਆਪਣੀ ਡਿਪੈਂਡੈਂਸੀ ਬਹੁਤ ਬਣਾਤੀ। ਸ਼੍ਰੀਲੰਕਾ ਸਪੈਸੀਫਿਕਲੀ ਟੁਕ ਵੈਰੀ ਇਨ ਦੀ ਨੇਮ ਆਫ ਡਿਵੈਲਪਮੈਂਟ, ਬਹੁਤ ਹੀ ਹਾਈ ਇੰਟਰਸਟ ਰੇਟ ਉਹਨਾਂ ਨੇ ਲੋਨ ਲਿੱਤੇ ਚਾਈਨਾ ਤੋਂ। ਨਾਓ
ਹੋਰ ਵੀ ਬੜੀਆਂ ਕੰਟਰੀਜ਼ ਨੇ, ਪਾਕਿਸਤਾਨ ਨੇ ਵੀ ਪਿਛਲੇ 20 ਸਾਲਾਂ ਤੋਂ ਆਪਣੀ ਡਿਪੈਂਡੈਂਸੀ ਚਾਈਨਾ ਤੇ ਬਹੁਤ ਬਣਾ ਲਈ। ਕਹਿੰਦੇ ਸੀ ਮਿਲਕ ਐਂਡ ਹਨੀ ਰਿਲੇਸ਼ਨ, ਹੁਣ ਉਹ ਇੰਨਾ ਮਿੱਠਾ ਨਹੀਂ ਰਹਿ ਗਿਆ, ਉਹ ਮਿਲਕ ਐਂਡ ਹਨੀ ਨਹੀਂ ਰਹਿ ਗਿਆ, ਉਹਨਾਂ ਥੋੜ੍ਹਾ ਕੌੜਾ ਹੋਈ ਜਾਂਦਾ ਪਿਆ। ਤੇ ਕੋਈ ਵੀ ਪ੍ਰੋਜੈਕਟ ਉਹਨਾਂ ਦਾ ਸਿਰੇ ਨਹੀਂ ਚੜਿਆ। ਜਿਹੜੀ ਉਹਨਾਂ ਨੇ ਰੋਡ ਬਣਾਉਣੀ ਸੀ, ਪੂਰੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਸੀ, ਨਾ ਉਹ ਉੱਥੇ ਪਾਕਿਸਤਾਨ 'ਚ ਕਿਤੇ ਸਿਰੇ ਚੜਿਆ, ਨਾ ਹੀ ਉਹ ਕਿਤੇ ਉਹ ਸਿਰੇ ਚੜਿਆ ਸ਼੍ਰੀਲੰਕਾ ਦੇ ਵਿੱਚ। ਫਿਰ ਉਹਨਾਂ ਨੇ ਉਹਨਾਂ ਦੇ ਪੋਰਟਸ 'ਤੇ ਕਬਜ਼ਾ ਕੀਤਾ। ਲੋਟ ਆਫ ਅਫਰੀਕਨ ਨੇਸ਼ਨਸ ਆਰ ਫੇਸਿੰਗ ਦੀ ਸੇਮ ਥਿੰਗ। In fact, Nepal, the last government was under the influence of ਚਾਈਨਾ। ਤੇ ਚਾਈਨਾ ਕੀ ਕਰਦਾ, ਜਦੋਂ ਡੈਟ ਦਿੰਦਾ ਨਾ ਤੁਹਾਡੀ ਪੋਲੀਟਿਕਸ 'ਚ ਇੰਟਰਫੇਅਰ ਕਰਦਾ, ਤੁਹਾਡੇ ਸਟ੍ਰੈਟੇਜਿਕ ਅਸੈਟਸ ਲੈ ਲੈਂਦਾ, ਤੁਹਾਡੀਆਂ ਐਕਸਪੋਰਟਸ ਜਾਂ ਤੁਹਾਡੇ ਨੈਚੁਰਲ ਰਿਸੋਰਸਿਸ ਕਿੱਥੇ ਯੂਟੀਲਾਈਜ਼ ਹੋਣਗੇ ਉਹ ਡਿਸਾਈਡ ਕਰਦਾ। ਤੇ ਇਸ ਤਰ੍ਹਾਂ ਦੇ ਬੜੇ ਉਹਨਾਂ ਦੇ ਵੀ ਇੰਪੀਰੀਅਲਿਸਟਿਕ ਮਾਈਂਡਸੈਟ ਹੈ ਕਿ ਬਈ ਲੋਨ ਦੇ ਕੇ ਚੀਜ਼ਾਂ 'ਤੇ ਕਬਜ਼ਾ ਕਰਨਾ, ਮਾਈਂਡਸੈਟ 'ਤੇ ਕਬਜ਼ਾ ਕਰਨਾ। ਸੋ ਦੈਟ ਇਜ਼ ਵਟ ਚਾਈਨਾ ਇਜ਼ ਆਲਸੋ ਡੂਇੰਗ। ਹੁਣ ਜਿਹੜੇ ਕਰੰਟ ਪ੍ਰਾਈਮ ਮਿਨਿਸਟਰ ਨੇਪਾਲ ਦੇ, ਉਹਨਾਂ ਨੇ ਸਾਫ਼-ਸਾਫ਼ ਮਨਾ ਕਰਤਾ ਕਿ ਵੀ ਤੁਸੀਂ ਸਾਨੂੰ ਗ੍ਰਾਂਟ ਦੇ ਸਕਦੇ ਹੋ, ਪਰ ਆਪਾਂ ਤੁਹਾਡੇ ਕੋਲ ਲੋਨ ਕੋਈ ਨਹੀਂ ਲੈਣਾ। ਪਿਛਲੀ ਗੌਰਮੈਂਟ ਦੇ ਵਿੱਚ ਐਵਰੀ ਮਿਨਿਸਟਰ, ਐਵਰੀ ਪ੍ਰਾਈਮ ਮਿਨਿਸਟਰ ਹੈਜ਼ ਟੂ ਮੀਟ ਜਿਹੜੀ ਅੰਬੈਸਡਰ ਸੀ ਚਾਈਨਾ ਦੀ, ਸ਼ੀ ਵਾਸ ਰਨਿੰਗ ਦੀ ਪੋਲੀਟਿਕਸ ਆਫ ਦੈਟ ਨੇਸ਼ਨ। ਤੇ ਚਾਈਨਾ ਦਾ ਇਹ ਸਟ੍ਰੈਟਜੀ ਰਹੀ ਹੈ ਕਿ ਉਹਨਾਂ ਨੇ ਆਪਣੀ ਇੰਪੀਰੀਅਲਿਜ਼ਮ ਨਵੇਂ ਤਰੀਕੇ ਦੀ ਕੀਤੀ ਹੈ। ਉਹ ਲੋਨ ਦੇ ਕੇ ਤੁਹਾਨੂੰ ਕੰਟਰੋਲ 'ਚ ਲੈ ਰਹੇ ਨੇ, ਐਂਡ ਦੈਨ ਦੇ ਵਿਲ ਅਲਟੀਮੇਟਲੀ ਦੇ ਵਿਲ ਮੇਕ ਯੂ ਉਹਨਾਂ ਪੋਲੀਟੀਸ਼ੀਅਨਸ 'ਤੇ ਪ੍ਰੈਸ਼ਰ ਹੋਏਗਾ, ਉਹਨਾਂ ਦੇ ਟਰਮਸ ਐਂਡ ਕੰਡੀਸ਼ਨਸ ਇਹੋ ਜਿਹੀਆਂ ਹੋਣਗੀਆਂ ਕਿ ਜਿਹੜੀਆਂ ਤੁਹਾਡੀਆਂ ਪੋਲਿਸੀਜ਼ ਬਣਨਗੀਆਂ ਉਹ ਚਾਈਨਾ ਦੇ ਹਿਸਾਬ ਨਾਲ ਬਣਨਗੀਆਂ, ਤੁਹਾਡੇ ਲੋਕਾਂ ਦੀ ਨੀਡ ਦੇ ਹਿਸਾਬ ਨਾਲ ਨਹੀਂ ਬਣੇਗਾ। That is what has happened in Sri Lanka also, and now there is nowhere China to be seen. ਹੁਣ ਇੰਡੀਆ ਨੇ ਉਹਨਾਂ ਨੂੰ, ਇੰਡੀਅਨ ਆਇਲ ਕਾਰਪੋਰੇਸ਼ਨ ਨੇ ਉੱਥੇ ਆਇਲ ਦੀ ਸਪਲਾਈ ਕੀਤੀ ਆ, ਇੱਕ ਉਹਨਾਂ ਦੀ ਕ੍ਰੈਡਿਟ ਲਾਈਨ ਸ਼ੁਰੂ ਕੀਤੀ ਹੈ। ਤੇ ਅਗੇਨ ਆਮ ਸੇਇੰਗ, ਇੱਕ ਜਿਹੜੀ ਇੰਡੀਆ ਦੀ ਈਥੋਸ ਰਹੀ ਆ ਵਾਸੂਦੇਵ ਕੁਟੁੰਬਕਮ, ਇਟ ਮੀਨਸ ਦੈਟ ਵਰਲਡ ਇਜ਼ ਵਨ ਫੈਮਿਲੀ, ਹੈ ਨਾ। ਉਹਦੇ ਵਿੱਚ ਤੁਸੀਂ ਦੂਜੇ ਨੂੰ ਐਕਸਪਲੋਇਟ ਨਹੀਂ ਕਰਦੇ ਹੋ, ਯੂ ਆਰ ਸਪੋਰਟਿੰਗ ਈਚ ਅਦਰ। ਐਂਡ ਤੇ ਇੰਡੀਆ ਨੇ ਪਿਛਲੇ ਕੁਛ ਟਾਈਮ ਤੋਂ ਆਪਣੇ ਨੇਬਰਿੰਗ ਕੰਟਰੀਜ਼ ਨੂੰ ਜਿਹੜੀ ਟੈਕਨੋਲੋਜੀ ਦਿੱਤੀ ਆ, ਜਿਹੜੀ ਅਸੀਂ ਆਪਾਂ ਉਹਨਾਂ ਨੂੰ ਅੱਜ ਕੱਲ੍ਹ ਆਪਣੇ ਸਾਰਕ ਨੇਸ਼ਨਸ 'ਚ ਇਨ ਮੋਸਟ ਆਫ ਦੀ ਕੰਟਰੀਜ਼ ਵੀ ਆਰ ਪ੍ਰੋਵਾਈਡਿੰਗ ਇਨਫੋਰਮੇਸ਼ਨ ਅਬਾਊਟ ਵੈਦਰ, ਜਿਹੜੀ ਅਸੀਂ ਉਹਨਾਂ ਨੂੰ ਸਰਵਿਸਿਜ਼ ਦੇ ਰਹੇ ਹਾਂ ਥਰੂ ਇਸਰੋ। ਵੀ ਆਰ ਪ੍ਰੋਵਾਈਡਿੰਗ ਦੈਮ ਇਨਫੋਰਮੇਸ਼ਨ ਅਬਾਊਟ ਦੇਅਰ ਸੋ ਮੈਨੀ ਅਦਰ ਥਿੰਗਸ ਵਿਚ ਆਰ ਯੂਜ਼ਫੁਲ ਫॉर them, ਕਿ ਐਗਰੀਕਲਚਰ ਪ੍ਰੈਕਟਿਸਿਸ ਲਈ ਕਿ ਕਿੰਨਾ ਮੀਂਹ ਆਉਣਾ, ਕਿ ਸੋ ਦੈਟ ਦੇ ਕੈਨ ਮੇਕ ਬੈਟਰ ਡਿਸੀਜ਼ਨਸ। ਇਸ ਤਰ੍ਹਾਂ ਬਹੁਤ ਸਾਰੀ ਟੈਕਨੋਲੋਜੀ ਤੇ ਫਾਈਨੈਂਸ਼ੀਅਲ ਸਪੋਰਟ ਇੰਡੀਆ ਨੇ ਆਪਣੇ ਆਸ-ਪਾਸ ਨੇਬਰਹੁੱਡ 'ਚ ਦੇਣੀ ਸ਼ੁਰੂ ਕੀਤੀ, ਵਿਚ ਇਜ਼ ਅ ਵੈਰੀ ਪੋਜ਼ਿਟਿਵ ਥਿੰਗ, ਐਂਡ ਵਿਦਾਊਟ ਇੰਪੈਕਟਿੰਗ ਦੀ ਪਾਲਿਸੀ ਆਫ ਦੇਅਰ ਕੰਟਰੀ। ਇੰਡੀਆ ਸਟਿਲ ਬਿਲੀਵਸ ਦੈਟ ਯੂ ਸ਼ੁੱਡ ਮੇਕ ਡਿਸੀਜ਼ਨ ਜਿਹੜੇ ਤੁਹਾਡੇ ਆਪਣੇ ਲੋਕਾਂ ਲਈ ਸਭ ਤੋਂ ਬੈਸਟ ਰਹਿਣਗੇ, ਐਂਡ ਆਈ ਥਿੰਕ ਦੈਟ ਇਜ਼ ਦ ਡਿਫਰੈਂਸ। ਸੋ ਇਫ ਹੁਣ ਜਿਹੜੇ ਪਾਕਿਸਤਾਨ ਤੇ ਸ਼੍ਰੀਲੰਕਾ ਇਹ ਕੇਸ ਸਟੱਡੀਜ਼ ਬਣ ਗਏ ਨੇ ਕਿ ਇਫ ਯੂ ਆਰ under the influence of Chinese money and if you are taking dependent too much on them, so ultimately disaster is bound to happen. And a lot of African countries have now said that they are not going to pay off because the terms are such, they are taking over all their critical assets. ਤੇ ਜਦੋਂ ਸਾਰੇ critical assets ਤੁਹਾਡੇ ਦੇਸ਼ ਦੇ ਜਿਹੜੇ systemically important asset ਹੁੰਦੇ ਨੇ, if ਜੇ ਉਹ ਕਿਸੇ ਦੁਸ਼ਮਣ ਦੇਸ਼ ਦੇ ਜਾਂ ਕਿਸੇ ਹੋਰ ਦੇਸ਼ ਦੇ ਹੱਥ 'ਚ ਨੇ, what can you do? ਤੁਹਾਡੇ ਪੋਰਟਸ 'ਚੋਂ ਆਪਣੀ ਵਾਰਸ਼ਿਪਸ ਖੜੀਆਂ ਕਰ ਦੇਣ, ਕੁਛ ਵੀ ਕਰ ਦੇਣ, ਯੂ ਕੈਂਟ ਸੇ ਐਨੀਥਿੰਗ ਇਫ ਦੇ ਆਰ ਕੰਟਰੋਲਿੰਗ ਦੋਜ਼ ਥਿੰਗਸ। ਸਰ, ਆਖਰੀ ਸਵਾਲ ਰਸ਼ੀਆ ਯੂਕਰੇਨ ਵਾਰ ਨੂੰ ਲੈ ਕੇ, ਇੰਡੀਆ ਤੇ ਜਰਮਨੀ ਨੇ ਯੂਕਰੇਨ ਦੀ ਸਥਿਤੀ ਨੂੰ ਲੈ ਕੇ ਚਰਚਾ ਕੀਤੀ ਹੈ। ਸੋ ਇਸ ਵਕਤ ਇਹ ਚਰਚਾ ਕਿੰਨੀ ਕੁ ਅਹਿਮ ਸਾਬਤ ਹੋ ਸਕਦੀ ਹੈ? ਦੇਖੋ, ਬੇਸਿਕਲੀ ਨਾ ਮੈਨੂੰ ਇਹ ਲੱਗਦਾ ਪਿਆ ਕਿ ਵੈਸਟਰਨ ਕੰਟਰੀਜ਼ ਦਾ ਇੱਕ ਨਾ ਪ੍ਰੈਸ਼ਰ ਬਣਾਉਣ ਦਾ ਤਰੀਕਾ ਹੈ। ਹਰ ਕੋਈ ਸਾਡੇ ਨਾਲ ਗੱਲ ਕਰਨ ਕਿਉਂ ਆ ਰਿਹਾ? ਤੁਸੀਂ ਉੱਥੇ ਕਹਿ ਦਿਓ ਜੀ ਅਸੀਂ ਨੈਟੋ 'ਚ ਨਹੀਂ ਪਾਉਣਾ, ਅਤੇ ਤੁਸੀਂ ਜੇ ਇਫ ਯੂ ਵਾਂਟ ਅਸ ਟੂ ਡੂ ਸਮਥਿੰਗ ਯੂ ਆਲਸੋ ਡੂ ਦੀ ਸੇਮ ਥਿੰਗ। ਹੁਣ ਤੁਹਾਨੂੰ ਪਤਾ ਹੈ ਰਸ਼ੀਆ ਦੇ ਵਿੱਚ ਡਾਲਰ ਬੰਦ ਹੋਏ ਨੇ, ਪਰ ਰਸ਼ੀਆ ਯੂਰੋ ਦੀ ਟ੍ਰੇਡਿੰਗ ਚੱਲਦੀ ਪਈ ਹੈ। ਰਸ਼ੀਆ ਜਿਨ੍ਹਾਂ ਦੇ ਆਲਰੇਡੀ ਕੰਟਰੈਕਟ ਨੇ ਯੂਰਪੀਅਨ ਨੇਸ਼ਨ ਤੋਂ, ਯੂਰੋ 'ਚ ਖਰੀਦ ਸਕਦਾ ਜੋ ਉਹਨਾਂ ਦੀ ਕਰੰਸੀ ਹੈ। ਅਸੀਂ ਫਿਰ ਰੁਪੀ 'ਚ ਕਿਉਂ ਨਹੀਂ ਖਰੀਦ ਸਕਦੇ? ਵੀ ਸ਼ੁੱਡ ਬੀ ਏਬਲ ਟੂ ਡੂ ਦੈਟ। ਉਹ ਜਰਮਨੀ ਦੇ ਜਿਹੜੇ ਰਿਪਰੈਜ਼ੈਂਟੇਟਿਵ ਇਹੋ ਹੀ ਗੱਲ ਕਰਦੇ ਪਏ ਨੇ, ਤੁਸੀਂ ਰੂਪੀ ਟ੍ਰੇਡਿੰਗ ਦੇ ਵਿੱਚ ਨਾ ਕਰੋ, ਬੈਕ ਡੇਟ 'ਚ ਕੰਟਰੈਕਟ ਨਾ ਕਰੋ, ਕਿਉਂ ਨਾ ਕਰਨ? ਸੋ ਇਟ ਇਜ਼ ਇੱਕ ਪੂਰੀ ਕੈਂਪੇਨ ਜੋ ਉਦੋਂ ਸਾਡੇ ਫੋਰਨ ਮਿਨਿਸਟਰ ਰਵੀ ਸ਼ੰਕਰ ਜੀ ਨੇ ਕਿਹਾ ਹੈ ਕਿ ਬਈ ਇੱਕ ਕੈਂਪੇਨ ਕੀਤੀ ਜਾ ਰਹੀ ਹੈ ਕਿ ਐਜ਼ ਇਫ ਇੰਡੀਆ ਇਜ਼ ਦੀ ਕਲਪਰੇਟ ਇਨ ਨਾਟ ਸਪੋਰਟਿੰਗ them for any ban against Russia. India has to take care of its own needs. ਹੁਣ ਉਹ ਤੁਸੀਂ ਜੇ ਯੂਰੋ 'ਚ ਟ੍ਰੀਟ ਕਰਦੇ ਪਏ ਤੁਸੀਂ ਵੀ ਨਾ ਕਰੋ, ਤੁਸੀਂ ਅੱਜ ਤੋਂ ਐਨਰਜੀ ਲੈਣੀ ਬੰਦ ਕਰ ਦਿਓ, ਵਾਈ ਸ਼ੁੱਡ ਵੀ ਨਾਟ? ਤੇ ਸਭ ਤੋਂ ਵੱਡੇ ਬਾਇਰ ਆਫ ਹੀ ਨੇ। ਇੰਡੀਆ ਇਜ਼ ਨਾਟ ਈਵਨ ਇਨ ਦੀ ਟੌਪ 10 ਬਾਇਰਸ ਆਫ ਰਸ਼ੀਅਨ ਐਨਰਜੀ ਆਇਲ, ਤੇ ਹਾਊ ਕੈਨ ਯੂ ਬਲੇਮ ਅਸ? ਤੇ ਉਹ ਹਾਲਾਂਕਿ ਓਬਵੀਅਸਲੀ ਕਹਿ ਰਹੇ ਨੇ ਕਿ ਯੂ ਆਰ ਸੋਵਰਨ ਕੰਟਰੀ, ਆਪਾਂ ਇੰਟਰਫੇਅਰ ਨਹੀਂ ਕਰਨਾ ਚਾਹੁੰਦੇ, ਯੂ ਆਰ ਅ ਫਰੈਂਡਲੀ ਕੰਟਰੀ, ਕਿਉਂਕਿ ਇੰਡੀਆ ਦੀ ਇੱਕ ਪਾਵਰ ਵੀ ਹੈ, ਇੰਡੀਆ ਦਾ ਇੱਕ ਇਨਫਲੂਐਂਸ ਵੀ ਹੈ, ਅਤੇ ਹਰ ਕੋਈ ਡਾਇਰੈਕਟਲੀ ਇੰਡੀਆ ਦੇ ਉੱਤੇ ਰੋਕ ਵੀ ਨਹੀਂ ਲਾ ਸਕਦਾ। ਬਟ ਅ ਲੋਟ ਆਫ ਪ੍ਰੈਸ਼ਰ ਇਜ਼ ਬੀਇੰਗ ਕ੍ਰੀਏਟਡ, ਅਤੇ ਇਹ ਸਾਡੇ ਲਈ ਲੈਸਨ ਹੈ ਕਿ ਵਟ ਯੂ ਗੈਟ ਵੈਨ ਯੂ ਆਰ ਡਿਪੈਂਡੈਂਟ ਔਨ ਸੱਚ ਬਿਗ ਪਾਵਰਸ ਜਿਨ੍ਹਾਂ ਦਾ ਇੱਕ ਇੰਪੀਰੀਅਲ ਮਾਈਂਡਸੈਟ ਹੈ। ਪਹਿਲਾਂ ਕਲੋਨੀਅਲ ਰੂਲ ਹੁੰਦਾ ਸੀ ਪੂਰੀ ਦੁਨੀਆ 'ਤੇ, ਫਿਰ ਉਹਦਾ ਜਿਹੜਾ ਸਕਸੈਸਰ ਆਇਆ ਉਹ ਹੈ ਵੈਸਟਰਨ ਇੰਪੀਰੀਅਲਿਜ਼ਮ। ਇਹਦਾ ਮਤਲਬ ਹੈ ਕਿ ਵਟ ਐਵਰ ਵਿਊ, ਜਿਹੜਾ ਵੀ ਯੂਰਪੀਅਨ ਵਿਊ ਹੋਏਗਾ,
ਉਹੀ ਦੁਨੀਆ ਦਾ ਵਿਊ ਹੋਣਾ ਚਾਹੀਦਾ ਹੈ। ਜੋ ਵੀ ਯੂਰਪੀਅਨ ਵੈਲਿਊਜ਼ ਹੋਣਗੀਆਂ ਉਹੀ ਤੁਹਾਡੀਆਂ ਵੈਲਿਊਜ਼ ਹੋਣੀਆਂ ਚਾਹੀਦੀਆਂ, ਅਦਰਵਾਈਜ਼ ਯੂ ਆਰ ਰੋਂਗ। ਐਂਡ ਆਈ ਥਿੰਕ ਇੰਡੀਆ ਇਜ਼ ਗੈਟਿੰਗ ਆਊਟ ਆਫ ਦੈਟ ਮਾਈਂਡਸੈਟ। ਇੰਡੀਆ ਹੁਣ ਆਪਣਾ ਮਾਈਂਡਸੈਟ ਬਣਾ ਰਿਹਾ ਹੈ ਕਿ ਦਿਸ ਇਜ਼ ਵਟ ਆਈ ਇਸ ਥਿੰਕ ਇਜ਼ ਦ ਬੈਟਰ ਵੇ to approach the world, better way to conduct yourself as a nation, as people, and we are regaining those Indic values ਜਿਹੜੀਆਂ ਆਪਾਂ lose ਕਰ ਚੁੱਕੇ ਸੀ because of so many years of subjugation under the colonial rule। ਤਾਂ ਅਸੀਂ ਉਹ ਚੋਂ ਨਿਕਲਦੇ ਪਏ ਹਾਂ ਤੇ ਐਂਡ ਆਈ ਐਮ ਵੈਰੀ ਹੈਪੀ ਸਾਡੀ ਗਵਰਨਮੈਂਟ ਅ ਸਟਰੋਂਗ ਸਟੈਂਡ ਲੈ ਪਾ ਰਹੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਸਰ। ਇਹੋ ਜਿਹੀ ਜ਼ਰੂਰੀ ਸਪਸ਼ਟ ਜਾਣਕਾਰੀ ਤੇ ਮੀਨਿੰਗਫੁਲ ਇਨਸਾਈਟਸ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।